सतनाम श्री वाहिगुरु साहिब जियो। सतनाम श्री वाहिगुरु साहिब जियो। हर सज्जन मेल प्यारे, मिल पंथ दसाई। जो हर दिसै मित, तिस हਉ बल जाई। गुण सांझी तिन स्यों करी, हर नाम ध्याई। हर सेवी प्यारा नित, सेव हर सुख पाई। बलहारी सतगुर तिस, जिन सोजी पाई। बलहारी सतगुर तिस, जिन सोजी पाई। सतनाम श्री वाहिगुरु साहिब जियो। सलोक महला तीजा। विन नावै सब परम दे, नित जग टोटा संसार। मन मुख कर्म कमावने, हਉਮੈ अंध गुबार। गुरमुख अमृत पीवना, नानक शब्द विचार। महला तीजा। सहजे जागै सहज सोवै, गुरमुख अन दिन उस्तत होवै। मन मुख परमै सहसा होवै, अंतर चिंता नींद न सोवै। ज्ञानी जागै सवै सो पाए, नानक नाम रत्या बल जाओ। पौड़ी से हर नाम त्यावै, जो हर रत्या। हर एक त्यावै एक एको हर सत्या। हर एक वरतै एक एको उत्पत्तिया। जो हर नाम त्यावै, तिन डर सट घत्तिया। गुरमति देवै आप, गुरमुख हर जपिया। गुरमति देवै आप, गुरमुख हर जपिया। वाहिगुरु जी का खालसा, वाहिगुरु जी की फतेह। सतगुरु पातशाह महाराज जी दे हजूरी दे अंदर जुड़ मिल बैठी गुरु प्यारी साध संगत जीओ। सतगुरु पातशाह महाराज जी दे उद्यम दे सदका सतगुरु पातशाह महाराज जी ने रहमत की है। अमृत वेले की दात बख्शी है। एक दिन की मोहलत उस परमात्मा ने फिर दे दी है मनुख नूं। सतगुरु पातशाह महाराज जी
ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਾਵਨ ਬਾਣੀ ਦੇ ਅੰਦਰ ਫਰਮਾਉਂਦੇ ਨੇ, ਹਮ ਆਦਮੀ ਹਾਂ ਇਕਦਮੀ ਮੋਹਲਤ ਮੌਤ ਨ ਜਾਣਾ, ਨਾਨਕ ਬਿਨਵੈ ਤਿਸੇ ਸਰੇਵੋ ਜਾ ਕੇ ਜੀ ਪ੍ਰਾਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕੀਤੀ ਹੈ। ਅੱਜ ਇਸ ਸੰਸਾਰ ਨੂੰ ਇੱਕ ਦਿਨ ਦੀ ਹੋਰ ਉਸ ਪਰਮਾਤਮਾ ਨੇ ਮੋਹਲਤ ਦੇ ਦਿੱਤੀ ਹੈ। ਅੱਜ ਦਾ ਇੱਕ ਦਿਨ ਹੋਰ ਦੇ ਦਿੱਤਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ, ਕਿ ਹੇ ਮਨੁੱਖਾ ਤੂੰ ਉਸ ਪਰਮਾਤਮਾ ਹਰੀ ਦੇ ਨਾਮ ਦੇ ਨਾਲ ਪ੍ਰੀਤ ਪਾ ਲੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੀ ਕਿਰਪਾ ਦੇ ਸਦਕਾ ਅੱਜ ਦਾ ਦਿਨ ਜਿਹੜਾ ਅੰਮ੍ਰਿਤ ਵੇਲਾ ਹੋਇਆ ਹੈ, ਆਪ ਜੀ ਦੀ ਕਿਰਪਾ ਦੇ ਸਦਕਾ ਹੋਇਆ। ਕਿਰਪਾ ਕਰਨੀ, ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣਾ, ਚੜ੍ਹਦੀਆਂ ਕਲਾ ਬਖਸ਼ਣੀਆਂ ਪਾਤਸ਼ਾਹ ਮਹਾਰਾਜ ਜੀਓ। ਮਨੁੱਖ ਦੀਆਂ ਇਹ ਅਰਦਾਸਾਂ ਹੁੰਦੀਆਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ, ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨੀ, ਸਾਡੇ ਬੱਚਿਆਂ ਦੇ ਸਿਰ ਦੇ ਉੱਪਰ ਮਿਹਰ ਭਰਿਆ ਹੱਥ ਰੱਖਣਾ, ਕਾਰੋਬਾਰਾਂ ਵਿੱਚ ਵਾਧੇ ਕਰਨੇ। ਕਦੀ ਵੀ ਮਨੁੱਖ ਨੇ ਇਹ ਨਹੀਂ ਮੰਗਣਾ ਕੀਤਾ ਕਿ ਪਰਮਾਤਮਾ ਇਹ ਜਿਹੜਾ ਮਨੁੱਖਾ ਦੇਹੀ ਤੁਸੀਂ ਬਖਸ਼ੀ ਹੈ, ਕਿਰਪਾ ਕਰਨੀ ਪਾਤਸ਼ਾਹ ਜੀਓ, ਅੰਮ੍ਰਿਤ ਵੇਲੇ ਦੀ ਦਾਤ ਇਸੇ ਤਰ੍ਹਾਂ ਹੀ ਬਖਸ਼ਦੇ ਰਹਿਣਾ, ਚੜ੍ਹਦੀਆਂ ਕਲਾ ਬਖਸ਼ਣੀਆਂ, ਆਪਣੇ ਦਰੋਂ ਘਰੋਂ ਅਸੀਸਾਂ ਦੇ ਕੇ ਨਿਵਾਜਣਾ। ਕਿਹੜੀਆਂ ਅਸੀਸਾਂ? ਬੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਕਿ ਪਾਤਸ਼ਾਹ ਜੀ ਕਿਰਪਾ ਕਰਨੀ, ਜਿਹੜੀਆਂ ਅਸੀਸਾਂ ਤੁਸੀਂ ਬਖਸ਼ਣੀਆਂ ਨੇ, ਕਿਰਪਾ ਕਰਕੇ ਆਪ ਜੀ ਨੇ ਅੰਗ ਸੰਗ ਹੋ ਕੇ ਬਖਸ਼ਣੀਆਂ ਨੇ। ਕਿਹੜੀਆਂ ਅਸੀਸਾਂ ਬਖਸ਼ਣੀਆਂ ਪਾਤਸ਼ਾਹ ਮਹਾਰਾਜ ਜੀਓ? ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ, ਕਿ ਕਦੇ ਵੀ ਮੈਂ ਤੈਨੂੰ ਭੁਲਾਵਾਂ ਨਾ ਪਰਮਾਤਮਾ, ਹਮੇਸ਼ਾ ਤੇਰੇ ਨਾਮ ਬਾਣੀ ਦੇ ਨਾਲ ਜੁੜਿਆ ਰਹਾਂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪਾਵਨ ਬਾਣੀ ਦੇ ਅੰਦਰ ਸਮਝਾਉਂਦੇ ਨੇ ਕਿ ਜਿਹੜੇ ਮਨੁੱਖ ਸਤ ਸੰਗਤ ਦੇ ਵਿੱਚ ਜਾ ਕਰਕੇ ਉਸ ਪਰਮਾਤਮਾ ਦੀ ਉਸਤਤ ਦੇ ਨਾਲ ਪ੍ਰੀਤ ਪਾਉਂਦੇ ਨੇ, ਤੇ ਉਹ ਫਿਰ ਉਸ ਪਰਮਾਤਮਾ ਦੇ ਦਿੱਤੇ ਹੋਏ ਸਵਾਸਾ ਪੂੰਜੀ ਦਾ ਜਿਹੜਾ ਸਹੀ ਵਰਤੋਂ ਜਿਹੜੀ ਉਹ ਕਰਨਾ ਕਰਦੇ ਨੇ, ਕਿ ਉਸ ਪਰਮਾਤਮਾ ਦੀ ਕਿਰਪਾ ਦੇ ਨਿਆਂ ਹੀ ਜਿਹੜਾ ਮਨੁੱਖਾ ਜੀਵਨ ਉਹ ਪ੍ਰਾਪਤ ਹੋਇਆ ਹੈ। ਇਹ ਸਤ ਸੰਗਤ ਦੀਆਂ ਘੜੀਆਂ ਵੀ ਉਸ ਪਰਮਾਤਮਾ ਦੀ ਕਿਰਪਾ ਦੇ ਮੋਹਲਤ ਦੇ ਵਿੱਚ ਉਸ ਪਰਮਾਤਮਾ ਨੇ ਦੇਣੀਆਂ ਕੀਤੀਆਂ ਨੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪਾਵਨ ਬਾਣੀ ਦੇ ਅੰਦਰ ਰਾਮਕਲੀ ਰਾਗ ਦੇ ਅੰਦਰ 885 ਅੰਗ ਦੇ ਉੱਪਰ ਇਹ ਸ਼ਬਦ ਸੁਭਾਏਮਾਨ ਨੇ, ਪਾਵਨ ਅੰਗ ਦੇ ਉੱਪਰ ਸੁਭਾਏਮਾਨ ਨੇ ਸ਼ਬਦ, ਜੇ ਕੋ ਆਪਣੇ ਠਾਕੁਰ ਭਾਵੈ ਕੋਟ ਮਦ ਇਹ ਕੀਰਤਨ ਗਾਵੇ। ਕਿ ਹੇ ਮਨ, ਹੇ ਭਾਈ, ਜੇ ਕਰੋੜਾਂ ਦੇ ਵਿੱਚੋਂ ਕਈ ਮਨੁੱਖ ਉਸ ਪਰਮਾਤਮਾ ਨੂੰ ਪਿਆਰ ਕਰਨਾ ਕਰਦੇ ਨੇ, ਉਸ ਪਰਮਾਤਮਾ ਨੂੰ ਪਿਆਰਾ ਲੱਗਣ ਵਾਸਤੇ ਉਸ ਪਰਮਾਤਮਾ ਦੀ ਉਸਤਤ ਦੇ ਵਿੱਚ ਜੁੜਦੇ ਨੇ, ਤੇ ਉਹ ਪ੍ਰਭੂ ਵੀ ਉਹਨਾਂ ਨੂੰ ਆਪਣਾ ਜਿਹੜਾ ਕੀਰਤਨ ਆਪ ਹੀ ਰਹਿਮਤ ਕਰਕੇ ਗਵਾ ਲੈਂਦਾ। ਉਹਨਾਂ ਦੀ ਰਸਨਾ ਦੇ ਉੱਪਰੋਂ ਆਪ ਹੀ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਅਮੋਲਕ ਬਚਨ ਸ਼ਬਦ ਉਸ ਪਰਮਾਤਮਾ ਦੀ ਨਿਆਈ, ਉਸ ਪਰਮਾਤਮਾ ਦੀ ਕਿਰਪਾ ਦੀ ਸਦਕਾ ਹੀ ਗਾਉਂਦੇ ਨੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅਗਲੇ ਪਦਿਆਂ ਦੇ ਵਿੱਚ ਸਮਝਾਉਣਾ ਕਰਦੇ ਨੇ, ਸਾਧ ਸੰਗਤ ਕੀ ਜਾਵੋ ਟੇਕ, ਕਿ ਸਾਧ ਸੰਗਤ ਦੇ ਵਿੱਚ ਜਾ ਕਰਕੇ ਮੈਂ ਉਸ ਪਰਮਾਤਮਾ ਦੀ ਸ਼ਰਨੀ ਪੈ ਕਰਕੇ ਆਪਣੇ ਇਸ ਦਿੱਤੇ ਹੋਏ ਅਮੋਲਕ ਜੀਵਨ ਨੂੰ ਉਸ ਪਰਮਾਤਮਾ ਦੇ ਲੇਖੇ ਦੇ ਵਿੱਚ ਜਿਹੜਾ ਲਾ ਲਵਾਂ। ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਸਾਡੇ ਸਾਰਿਆਂ ਦੇ ਉੱਪਰ, ਜੋ ਕਿ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ ਸਤ ਸੰਗਤ ਦੇ ਵਿੱਚ ਬੈਠਣ ਦੀਆਂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅਖੀਰਲੇ ਪਦੇ ਦੇ ਵਿੱਚ ਸਮਝਾਉਂਦੇ ਨੇ, ਕਹੋ ਨਾਨਕ ਤਿਸ ਕੀਰਤਨ ਏਕ, ਕਿਉਂਕਿ ਨਾਨਕ ਆਖਣਾ ਕਰਦਾ ਹੈ ਕਿ ਸਾਧ ਸੰਗਤ ਦੇ ਵਿੱਚ ਜਾ ਕਰਕੇ ਕੀਰਤਨ ਸਰਵਣ ਕਰਕੇ, ਕਥਾ ਸਰਵਣ ਕਰਕੇ ਮਨੁੱਖ ਦੇ ਜਿਹੜੇ ਜੀਵਨ ਦੇ ਦੁੱਖਾਂ ਕਲੇਸ਼ਾਂ ਦਾ ਜਿਹੜਾ ਉਹ ਨਾਸ ਹੋ ਜਾਂਦਾ ਹੈ।
ਜਿਹੜੇ ਉਸ ਪਰਮਾਤਮਾ ਨੂੰ ਆਪਣਾ ਜਿਹੜਾ ਸਹਾਰਾ ਮੰਨਦੇ ਨੇ, ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਚਨ ਨੇ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚੁਤਰਾਈ, ਦੁਬਦਾਏ ਫਲ ਨਾਹੀ ਜੀਓ। ਕਿ ਇਸ ਜ਼ਿੰਦਗੀ ਦੇ ਵਿੱਚ ਇੱਕੋ ਇੱਕ ਸਹਾਰਾ ਹੈ, ਉਹ ਪਰਮਾਤਮਾ ਦਾ ਹੈ। ਉਦਾਹਰਨ ਤੌਰ ਤੇ ਜੇਕਰ ਦੇਖਣਾ ਕਰੀਏ ਕਿ ਮਨੁੱਖ ਕਈ ਵਾਰ ਆਪਣੇ ਦੋਸਤਾਂ ਮਿੱਤਰਾਂ ਦਾ ਸਹਾਰਾ ਲੈ ਲੈਂਦਾ ਹੈ। ਮਨੁੱਖ ਹੈ ਆਪਣੇ ਬੱਚਿਆਂ ਦਾ ਸਹਾਰਾ ਲੈਂਦਾ ਹੈ, ਪਰ ਜਦੋਂ ਅਖੀਰਲਾ ਸਮਾਂ ਆਉਂਦਾ ਹੈ, ਰਿਸ਼ਤੇਦਾਰ ਵੀ, ਦੋਸਤ ਮਿੱਤਰ ਵੀ ਜਿਹੜੇ ਉਹ ਸਾਥ ਛੱਡ ਜਾਂਦੇ ਨੇ। ਤੇ ਉਹ ਪਰਮਾਤਮਾ ਇੱਕੋ ਹੀ ਹੈ ਜੋ ਮਨੁੱਖ ਦੇ ਜੀਵਨ ਤੋਂ ਲੈ ਕੇ ਮਰਨ ਤੱਕ ਉਸ ਪਰਮਾਤਮਾ ਦੀ ਕਿਰਪਾ ਦੀ ਨਿਆਈ ਉਸ ਮਨੁੱਖ ਦੇ ਨਾਲ ਉਹ ਪਰਮਾਤਮਾ ਹਮੇਸ਼ਾ ਅੰਗ ਸੰਗ ਹੋ ਕੇ ਰਹਿੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਜਾਪ ਦੇ ਬਚਨ ਨੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰਤਿ ਸਦਾ ਸੰਭਾਲੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਵੀ ਇਸੇ ਤਰ੍ਹਾਂ ਹੀ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਸਤ ਸੰਗਤ ਦੀਆਂ ਘੜੀਆਂ ਜਿਹੜੀਆਂ ਉਹ ਬਖਸ਼ਦੇ ਰਹਿਣ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪਾਵਨ ਬਾਣੀ ਦੇ ਅੰਦਰ ਇੱਕ ਥਾਂ ਹੋਰ ਫਰਮਾਨ ਕਰਦੇ ਨੇ, ਸਤ ਸੰਗਤ ਦੇ ਜਿਹੜੀਆਂ ਘੜੀਆਂ ਨੇ ਇਹ ਮੋਲਕ ਘੜੀਆਂ ਨੇ, ਪਾਵਨ ਜਾਪ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਦਾ ਸਦਾ ਕਰ ਚਾਕਰੀ, ਪ੍ਰਭ ਸਾਹਿਬ ਸੱਚਾ ਸੋਈ। ਕਿ ਜੇਕਰ ਤੂੰ ਮਨੁੱਖਾ ਚਾਕਰੀ ਕਰਨੀ ਹੈ, ਉਸ ਪਰਮਾਤਮਾ ਦੀ ਚਾਕਰੀ ਕਰਨਾ ਕਰ। ਇਹ ਦੁਨਿਆਵੀ ਤੌਰ ਤੇ ਮਨੁੱਖ ਦੀ ਇਹ ਜਿਹੜੀ ਹੋਂਦ ਉਹ ਬਣ ਚੁੱਕੀ ਹੈ ਕਿ ਮਨੁੱਖ ਪਰਮਾਤਮਾ ਦੀ ਚਾਕਰੀ ਕਰਨ ਦੀ ਨਿਆਈ ਉਸ ਮਨੁੱਖ ਦੀ ਚਾਕਰੀ ਕਰਦਾ ਹੈ ਜਿਹੜਾ ਪਰਮਾਤਮਾ ਨੇ ਇਸ ਸੰਸਾਰ ਦੇ ਵਿੱਚ ਭੇਜਿਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਜੇਕਰ ਤੂੰ ਚਾਕਰੀ ਕਰੇਗਾ, ਸੱਚੇ ਗੁਰੂ ਦੀ ਚਾਕਰੀ ਕਰੇਗਾ, ਤਾਂ ਤੇਰਾ ਇਸ ਸੰਸਾਰ ਦੇ ਵਿੱਚ ਆਇਆ ਜਿਹੜਾ ਉਹ ਲੇਖਾ ਜਿਹੜਾ ਉਹ ਸਦਾ ਸਫਲਾ ਹੋ ਸਕੇਗਾ। ਸਦਾ ਸਦਾ ਕਰ ਚਾਕਰੀ। ਕਿ ਸਾਹਿਬ ਆਪਣੇ ਦੇ ਚਾਕਰੀ ਕਰ, ਪ੍ਰਭ ਸਾਹਿਬ ਸੱਚਾ ਸੋਈ। ਕਿ ਉਹ ਪਰਮਾਤਮਾ ਜਿਹੜਾ ਸੱਚਾ ਹੈ, ਸੱਚਾ ਮਨੁੱਖ ਜਿਹੜੇ ਉਸ ਪਰਮਾਤਮਾ ਦੇ ਨਾਲ ਪ੍ਰੀਤ ਪਾ ਲੈਂਦੇ ਨੇ, ਉਹਨਾਂ ਦੀ ਉਸਤਤ ਕਰਨਾ ਕਰ। ਉਸ ਪਰਮਾਤਮਾ ਦੀ ਉਸਤਤ ਕਰਨਾ ਕਰ। ਉਹਨਾਂ ਲੋਕਾਂ ਦੀ ਕਿਉਂ ਉਸਤਤ ਕਰਦਾ ਫਿਰਦਾ ਹੈ ਜਿਹੜੇ ਤੈਨੂੰ ਕੁਝ ਵੀ ਨਹੀਂ ਦੇ ਸਕਦੇ। ਜਿਸ ਪਰਮਾਤਮਾ ਨੇ ਤੈਨੂੰ ਸਭ ਕੁਝ ਦੇਣਾ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦਾ ਤੋਟ ਨਾ ਆਵੇ, ਗਣਤ ਭਰੇ ਭੰਡਾਰ। ਕਿ ਉਸ ਪਰਮਾਤਮਾ ਦੇ ਭੰਡਾਰ ਹਮੇਸ਼ਾ ਜਿਹੜਾ ਉਹ ਭਰੇ ਹੋਏ ਨੇ, ਤੇ ਤੂੰ ਮਨੁੱਖਾਂ ਦੀ ਚਾਕਰੀ ਕਰਦਾ ਫਿਰਦਾ ਹੈ। ਜੇਕਰ ਚਾਕਰੀ ਕਰਨੀ ਹੈ ਉਸ ਸੱਚੇ ਪਰਮਾਤਮਾ ਦੀ ਚਾਕਰੀ ਕਰਨ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅਗਲੇ ਪਦਿਆਂ ਦੇ ਵਿੱਚ ਸਮਝਾਉਣਾ ਕਰਦੇ ਨੇ, ਸਾਧ ਸੰਗਤ ਹੋਈ ਨਿਰਮਲਾ, ਕੱਟੀਏ ਜਮ ਕੀ ਫਾਸ। ਸਾਧ ਸੰਗਤ ਜਿਹੜੀ ਨਿਰਮਲ ਹੈ, ਸਾਧ ਸੰਗਤ ਦੇ ਵਿੱਚ ਜਾ ਕਰਕੇ ਉਸ ਪਰਮਾਤਮਾ ਦੇ ਗੁਣਾਂ ਨੂੰ ਜਿਹੜਾ ਉਹ ਬਿਆਨ ਕਰਨਾ ਕਰ। ਆਪਣੀ ਰਸਨਾ ਦੇ ਨਾਲ ਉਸ ਪਰਮਾਤਮਾ ਦੇ ਵਿਚਾਰਾਂ ਨੂੰ ਜਿਹੜਾ ਗੁਰੂ ਬਾਣੀ ਕੀਰਤਨ ਰਾਹੀਂ, ਬਚਨਾਂ ਦੇ ਰਾਹੀਂ ਆਪਣੇ ਜੀਵਨ ਦੇ ਅੰਦਰ ਵਸਾਉਣਾ ਕਰ। ਤੇ ਸਾਡੇ ਸਾਰਿਆਂ ਦੇ ਬੜੇ ਵੱਡੇ ਭਾਗ ਨੇ ਜੋ ਕਿ ਪਰਮਾਤਮਾ ਦੀ ਕਿਰਪਾ ਦੀ ਸਦਕਾ ਸਾਨੂੰ ਜਿਹੜਾ ਅਮੋਲਕ ਘੜੀਆਂ ਪ੍ਰਾਪਤ ਹੁੰਦੀਆਂ ਨੇ ਸਾਧ ਸੰਗਤ ਵਿੱਚ ਬੈਠਣ ਦੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅੱਜ ਜੋ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਹੁਕਮਨਾਮੇ ਸਰਵਣ ਕਰਵਾਉਣਾ ਕੀਤੇ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਸਲੋਕ ਮਹਿਲਾ ਤੀਜਾ, ਵਿਨ ਨਾਵੈ ਸਭ ਭਰਮ ਦੇ, ਨਿਤ ਜਗ ਟੋਟਾ ਸੰਸਾਰ, ਮਨ ਮੁਖ ਕਰਮ ਕਮਾਵਣੇ, ਹਉਮੈ ਅੰਧ ਗੁਬਾਰ। ਆਓ ਜੀ ਆਪੋ ਆਪਣੇ ਜੀਵਨ ਨੂੰ ਸਫਲਾ ਕਰਦੇ ਹੋਏ ਇਹ ਪਾਵਨ ਬਾਣੀਆਂ ਦੇ ਜਾਪ ਕਰਨਾ ਕਰੀਏ। ਵਿਨ ਨਾਵੈ ਸਭ ਪਰਮ ਦੇ,
ਨਿਤ ਜਗ ਟੂਟਾ ਸੰਸਾਰ, ਮਨ ਮੁਖ ਕਰਮ ਕਮਾਵਣੇ, ਹਉਮੈ ਅੰਧ ਗੁਬਾਰ। ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਪਾਵਨ ਬਾਣੀ ਦੇ ਅੰਦਰ ਪਾਵਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 645 ਅਤੇ 46 ਦੇ ਉੱਪਰ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸ਼ਲੋਕ ਜਿਹੜਾ 645 ਅਤੇ 46 ਅੰਗ ਦੇ ਉੱਪਰ ਸੁਭਾਇਮਾਨ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੀ ਸਦਕਾ ਜਿਤਨੀ ਕਿ ਉਸ ਪਰਮਾਤਮਾ ਨੇ ਸੋਝੀ ਬਖਸ਼ੀ ਹੈ, ਉਸ ਸੋਝੀ ਦੇ ਮੁਤਾਬਕ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ੀ ਹੋਈ ਕਿਰਪਾ ਦੀ ਸਦਕਾ ਉਸ ਪਰਮਾਤਮਾ ਦੇ ਵਿਚਾਰ ਕਰਨ ਤੋਂ ਪਹਿਲਾਂ ਵਾਲੀਏ ਕੁਲ ਆਲਮ ਰੂਹਾਨੀਅਤ ਦੇ ਮੁਜੱਸਮੇ ਸਾਂਝੀ ਮਨੁੱਖਤਾ ਨੂੰ ਸਾਂਝਾ ਉਪਦੇਸ਼ ਦੇਣ ਵਾਲੇ ਸਰਬੱਸ ਦਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਨੂੰ ਗਜਾਉਣਾ ਕਰੀਏ ਜੀ। ਦਾਸ ਨੂੰ ਬਖਸ਼ੋ ਜੀ ਅਸੀਸ, ਗੱਜ ਵੱਜ ਕੇ ਆਖਣਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਇਸ ਸ਼ਬਦ ਦੇ ਅੰਦਰ ਮਨੁੱਖ ਨੂੰ ਸਮਝਾਉਣਾ ਕਰਦੇ ਨੇ, ਇਸ ਜੱਗ ਦੇ ਵਿੱਚ ਆ ਕਰਕੇ, ਜਗਤ ਦੇ ਵਿੱਚ ਆ ਕਰਕੇ ਤੇ ਇਸ ਸੰਸਾਰ ਦੇ ਵਿੱਚ ਆ ਕਰਕੇ ਤੂੰ ਸਾਰੇ ਜਿਹੜੇ ਭਟਕਦੇ ਹੋਏ ਲੋਕਾਂ ਦੇ ਨਾਲ ਜਿਹੜਾ ਨਾਮ ਤੋਂ ਬਿਨਾਂ ਹੀ ਭਟਕਦਾ ਫਿਰਦਾ ਹੈ। ਸੱਚਾ ਨਾਮ ਤੈਨੂੰ ਉਸ ਪਰਮਾਤਮਾ ਦੇ ਕੋਲੋਂ ਪ੍ਰਾਪਤ ਹੋਣਾ ਹੈ, ਨਾ ਕਿ ਮਨੁੱਖਾਂ ਦੇ ਕੋਲੋਂ ਪ੍ਰਾਪਤ ਹੋਣਾ ਹੈ। ਸਦਾ ਸਦਾ ਕਰ ਚਾਕਰੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਆਪਾਂ ਪਾਵਨ ਬਚਨਾਂ ਦੇ ਨਾਲ ਸਾਂਝ ਪਾਉਣੀ ਕੀਤੀ ਹੈ। ਪਹਿਲਾਂ ਵਿਨ ਨਾਮ ਹੈ ਸਭ ਭਰਮ ਦੇ, ਨਿਤ ਜਗ ਟੂਟਾ ਸੰਸਾਰ, ਕਿ ਨਾਮ ਤੋਂ ਬਿਨਾਂ ਸਾਰੇ ਜਿਹੜੇ ਲੋਕ ਨੇ ਉਹ ਭਟਕਦੇ ਫਿਰਦੇ ਨੇ। ਜਿਨ੍ਹਾਂ ਨੂੰ ਉਸ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਗਿਆ ਹੈ ਉਹਨਾਂ ਲੋਕਾਂ ਨੂੰ ਫਿਰ ਕੋਈ ਘਾਟਾ ਕੋਈ ਵਾਧਾ ਜਿਹੜਾ ਕਦੀ ਵੀ ਜਿਹੜਾ ਉਸ ਨੂੰ ਪ੍ਰਾਪਤ ਨਹੀਂ ਹੁੰਦਾ। ਜੇਕਰ ਘਾਟਾ ਪ੍ਰਾਪਤ ਹੋ ਜਾਵੇ ਤਾਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਮੰਨਣਾ ਕਰਦੇ ਨੇ, ਜੇਕਰ ਵਾਧਾ ਹੋ ਜਾਵੇ ਤਾਂ ਵੀ ਉਸ ਪਰਮਾਤਮਾ ਦਾ ਜਿਹੜਾ ਹੁਕਮ ਮੰਨ ਕੇ, ਉਹ ਭਾਣਾ ਮੰਨ ਕੇ ਆਪਣੇ ਜੀਵਨ ਦੇ ਅੰਦਰ ਹੰਡਾਉਂਦੇ ਨੇ। ਤੇ ਸਾਰੇ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਦੇ ਸਦਕਾ ਇਸ ਸੰਸਾਰ ਦੇ ਵਿੱਚ ਭਟਕਦੇ ਫਿਰਦੇ ਨੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਦੇ ਉੱਪਰ ਰਹਿਮਤ ਕਰਦੇ ਨੇ ਤੇ ਉਹ ਫਿਰ ਸਦਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੋ ਕਰਕੇ ਰਹਿ ਜਾਂਦੇ ਨੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਵੀ ਆਪ ਸਭ ਵਿਦਵਾਨ ਸੱਜਣ ਬੈਠੇ ਹੋ ਕੇ ਬਜ਼ੁਰਗ ਅਵਸਥਾ ਦੇ ਵਿੱਚ ਆ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਆਏ ਸਨ। ਜਦੋਂ ਉਸ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਫਿਰ ਉਹ ਪਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਆ ਕਰਕੇ ਲੈ ਜਾਂਦਾ ਹੈ, ਆਪਣੇ ਨਾਮ ਬਾਣੀ ਦੇ ਨਾਲ ਜੋੜ ਲੈਂਦਾ ਹੈ। ਉਦਾਹਰਨ ਤੌਰ ਤੇ ਆਪਾਂ ਦੇਖਣਾ ਕਰਦੇ ਹਾਂ ਕਿ ਕਈ ਮਨੁੱਖਾਂ ਦੇ ਪਾਸੋਂ ਆਪਾਂ ਸੁਣਨਾ ਕਰਦੇ ਹਾਂ ਕਿ ਜਿਹੜਾ ਕੋਈ ਮਨੁੱਖ ਹੈ ਉਹ ਬੜੀ ਜਿਹੜੀ ਭੈੜੀ ਮੱਤ ਦੇ ਵਿੱਚ ਪੈ ਗਿਆ, ਬੁਰੀ ਸੰਗਤ ਦੇ ਵਿੱਚ ਪੈ ਗਿਆ ਹੈ। ਤੇ ਜਦੋਂ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਤੇ ਉਹ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਫਿਰ ਵਾਪਸ ਆ ਕਰਕੇ ਗੁਰਮੁਖ ਦੇ ਜੀਵਨ ਦੇ ਵਿੱਚ ਪੈ ਜਾਂਦਾ ਹੈ। ਵਿਨ ਨਾਮ ਹੈ ਸਭ ਭਰਮ ਦੇ, ਨਿਤ ਜਗ ਟੂਟਾ ਸੰਸਾਰ। ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਹਿਮਤ ਹੁੰਦੀ ਹੈ ਤੇ ਫਿਰ ਉਹ ਆਪਣੇ ਸੇਵਕ ਨੂੰ ਆਪ ਹੀ ਜਿਹੜਾ ਹੱਥ ਦੇ ਕਰਕੇ ਰੱਖਿਆ ਕਰਦਾ ਹੈ। ਭੈੜੀ ਮੱਤ ਦੇ ਵਿੱਚੋਂ, ਭੈੜੀ ਸੰਗਤ ਦੇ ਵਿੱਚੋਂ ਆਪ ਹੀ ਬਾਹਰ ਕੱਢ ਲੈਂਦਾ ਹੈ। ਤੇ ਜਿਨ੍ਹਾਂ ਦੇ ਉੱਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕੀਤੀ ਹੋਈ ਹੈ ਤੇ ਉਹ ਫਿਰ ਉਸ ਪਰਮਾਤਮਾ ਦੇ ਨਾਮ ਦੇ ਨਾਲ ਹਮੇਸ਼ਾ ਜੁੜੇ ਰਹਿੰਦੇ ਨੇ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅਗਲੇ ਪਦਿਆਂ ਦੇ ਵਿੱਚ ਸਮਝਾਉਣਾ ਕਰਦੇ ਨੇ, ਮਨ ਮੁਖ ਕਰਮ ਕਮਾਵਣੇ ਹਉਮੈ ਅੰਧ ਗੁਬਾਰ। ਤਾਂ ਮਨੁੱਖ ਤਾਂ ਜਿਹੜਾ ਹਉਮੈ ਦੇ ਵਿੱਚ ਹੀ ਖਚਤ ਹੋਇਆ ਫਿਰਦਾ ਹੈ, ਆਖਣਾ ਕਰਦਾ ਹੈ ਕਿ ਇਹ ਕੰਮ ਜਿਹੜਾ ਮੈਂ ਕੀਤਾ ਹੈ, ਮੈਂ ਜਿਹੜੀ ਹੈ ਮਨੁੱਖ ਨੂੰ ਲੈ ਕੇ ਬਹਿ ਗਈ। ਅੱਜ ਕੱਲ੍ਹ ਹਉਮੈ ਦੇ ਵਿੱਚ ਹੀ ਮਨੁੱਖ ਜਿਹੜਾ ਤੁਰਿਆ ਫਿਰਦਾ ਹੈ। ਉਸ ਪਰਮਾਤਮਾ ਦਾ ਨਾਮ ਤਾਂ ਜਿਹੜਾ ਮਨੁੱਖ ਨੂੰ ਉਹ ਭੁੱਲ ਹੀ ਗਿਆ ਹੈ ਕਿ ਸਭ ਕੁਝ ਉਹ ਪਰਮਾਤਮਾ ਕਰਨ ਵਾਲਾ ਹੈ, ਸਭ ਕੁਝ ਉਹ ਦਾਤਾਂ ਦੇਣ ਵਾਲਾ ਹੈ। ਤੇ ਮਨੁੱਖ ਤਾਂ ਅਨੇਕਾਂ ਜਿਹੜੇ ਪਾਪ ਖੱਟਦਾ ਹੈ ਹਉਮੈ ਦੇ ਵਿੱਚ ਹੀ, ਐਸੇ ਭੈੜੇ ਕਰਮ ਕਰਦਾ ਹੈ, ਐਸੇ ਘੁੱਪ ਹਨੇਰੇ ਦੇ ਵਿੱਚ ਜਿਹੜੇ ਉਹ ਹਉਮੈ ਦੇ ਰੋਗ ਜਿਹੜੇ ਉਹ ਪੈਦਾ ਕਰਦਾ ਹੈ। ਕਦੀ ਕਿਸੇ ਦੇ ਨਾਲ ਠੱਗੀ ਕਰਦਾ ਹੈ, ਕਦੇ ਕਿਸੇ ਦੇ ਨਾਲ ਭੈੜਾ ਸਲੂਕ ਕਰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਕਿ ਜੇਕਰ ਤੂੰ ਹਨੇਰੇ ਦੇ ਵਿੱਚ ਜਿਹੜੇ ਚੋਰੀ ਜਾਂ ਕੋਈ ਵੀ ਭੈੜੇ ਕੰਮ ਕਰਦਾ ਹੈ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਤੇ ਕੈਮਰੇ ਜਿਹੜੇ ਹਮੇਸ਼ਾ ਉਹ ਜਿਹੜੇ ਚੱਲਦੇ ਰਹਿੰਦੇ ਨੇ। ਉਦਾਹਰਨ ਤੌਰ ਤੇ ਇਹ ਦੁਨਿਆਵੀ ਤੌਰ ਤੇ ਜਿਹੜੇ ਕੈਮਰੇ ਨੇ ਇਹ ਮਨੁੱਖ ਨੇ ਬਣਾਏ ਨੇ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਮਨੁੱਖ ਦਾ ਦਿਮਾਗ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਣਾਉਣਾ ਕੀਤਾ ਹੈ। ਉਸ ਦਿਮਾਗ ਦੀ ਵਰਤੋਂ ਕਰਕੇ ਮਨੁੱਖ ਨੇ ਇਹ ਜਿਹੜੇ ਕੈਮਰੇ ਬਣਾਏ ਨੇ। ਜਿਹੜਾ ਕੈਮਰਾ ਉਸ ਪਰਮਾਤਮਾ ਨੇ ਉੱਪਰ ਲਾਇਆ ਹੋਇਆ ਹੈ ਸਭਨਾਂ ਦੇ ਉੱਪਰ, ਇਸ ਕੈਮਰੇ ਦੇ ਕੋਲੋਂ ਤਾਂ ਮਨੁੱਖ ਬਚ ਸਕਦਾ ਹੈ, ਪਰ ਜਿਹੜਾ ਉਹ ਪਰਮਾਤਮਾ ਦਾ ਕੈਮਰਾ ਉਹ ਕਦੇ ਵੀ ਜਿਹੜਾ ਉਹ ਬੰਦ ਹੋਣ ਵਾਲਾ ਨਹੀਂ ਹੈ। ਅਨੇਕਾਂ ਜਿਹੜਾ ਮਨੁੱਖ ਹਉਮੈ ਦੇ ਵਿੱਚ ਆ ਕਰਕੇ ਜਿਹੜੇ ਭੈੜੇ ਕੰਮ ਭੈੜੀ ਮੱਤ ਦੇ ਅਨੁਸਾਰ ਕਰਦਾ ਹੈ, ਤੇ ਜਿਨ੍ਹਾਂ ਦੇ ਉੱਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਦੇ ਨੇ, ਉਹ ਫਿਰ ਹਮੇਸ਼ਾ ਉਸ ਪਰਮਾਤਮਾ ਨੂੰ ਆਪਣੇ ਇਰਦ ਗਿਰਦ ਜਾਂਦੇ ਨੇ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰਤਿ ਸਦਾ ਸੁਮਾਲੇ। ਕਿ ਉਹ ਮਨੁੱਖ ਹਮੇਸ਼ਾ ਪਰਮਾਤਮਾ ਨੂੰ ਆਪਣੇ ਇਰਦ ਗਿਰਦ ਸਮਝਣਾ ਕਰਦੇ ਨੇ, ਕਦੇ ਵੀ ਕੋਈ ਭੈੜਾ ਕੰਮ ਨਹੀਂ ਕਰਦੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਅਗਲੇ ਪਦਿਆਂ ਦੇ ਵਿੱਚ, ਗੁਰਮੁਖ ਅੰਮ੍ਰਿਤ ਪੀਵਨਾ ਨਾਨਕ ਸ਼ਬਦ ਵਿਚਾਰ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਕਿ ਹੇ ਨਾਨਕ, ਜਿਨ੍ਹਾਂ ਨੇ ਉਸ ਪਰਮਾਤਮਾ ਦੇ ਸਨਮੁਖ ਹੋ ਕਰਕੇ ਉਸ ਜੀਵ ਸ਼ਬਦ ਦੇ ਨੂੰ ਵਿਚਾਰ ਆਪਣੇ ਮਨ ਦੇ ਵਿੱਚ ਲਿਆ ਕਰਕੇ, ਸ਼ਬਦ ਨੂੰ ਵਿਚਾਰ ਕਰਕੇ ਆਪਣੇ ਜੀਵਨ ਦੇ ਅੰਦਰ ਜਿਹੜਾ ਢਾਲਣਾ ਕੀਤਾ ਹੈ, ਆਪਣੇ ਜੀਵਨ ਦੇ ਅੰਦਰ ਸੁਭਾਏਮਾਨ ਕਰ ਲਿਆ ਹੈ ਉਸ ਸ਼ਬਦ ਦੀ ਵਿਚਾਰ ਨੂੰ, ਤੇ ਉਹ ਹਮੇਸ਼ਾ ਜਿਹੜਾ ਅੰਮ੍ਰਿਤ ਵਾਲਾ ਜਲ ਉਹ ਪੀਣਾ ਕਰਦੇ ਨੇ। ਉਸ ਪਰਮਾਤਮਾ ਦੀ ਨਿਆਈ, ਉਸ ਪਰਮਾਤਮਾ ਦੀ ਕਿਰਪਾ ਦੇ ਸਦਕਾ ਉਹਨਾਂ ਨੂੰ ਜਿਹੜਾ ਉਹ ਜੀਵਨ ਪ੍ਰਾਪਤ ਹੋ ਗਿਆ ਹੈ, ਜਿਹੜਾ ਜੀਵਨ ਇਸ ਸੰਸਾਰ ਦੇ ਵਿੱਚ ਉਸ ਮਨੁੱਖ ਵਾਸਤੇ ਜਿਹੜਾ ਲੈਣ ਵਾਸਤੇ ਦਰਿਆ ਉਸ ਪਰਮਾਤਮਾ ਨੇ ਰਾਹ ਜਿਹੜਾ ਬਣਾਇਆ ਹੋਇਆ ਸੀ। ਗੁਰਮੁਖ ਅੰਮ੍ਰਿਤ ਪੀਵਨਾ ਨਾਨਕ ਸ਼ਬਦ ਵਿਚਾਰ। ਕਿ ਸ਼ਬਦ ਦੇ ਨਾਲ ਸਾਂਝ ਪਾ ਕਰਕੇ ਉਸਨੇ ਜਿਹੜੀ ਇਹ ਵਿਚਾਰ ਆਪਣੇ ਮਨ ਦੇ ਅੰਦਰ ਜਿਹੜੀ ਉਹ ਧਾਰਨ ਕਰ ਲਈ ਹੈ। ਕਿਹੜੀ ਵਿਚਾਰ ਧਾਰਨ ਕਰ ਲਈ ਹੈ? ਕਿ ਕਦੇ ਵੀ ਕਿਸੇ ਮਨੁੱਖ ਦੇ ਨਾਲ ਕਦੇ ਵੀ ਕੋਈ ਜਿਹੜੇ ਜ਼ੋਰ ਜਮੈਸ਼ੀ ਨਹੀਂ ਕਰਨੀ, ਕਦੀ ਵੀ ਕਿਸੇ ਨੂੰ ਆਪਣੇ ਤੋਂ ਵੱਧ ਜਿਹੜਾ ਉਹ ਸਿਆਣਾ, ਕਦੀ ਵੀ ਉਸ ਮਨੁੱਖ ਨੂੰ ਹਉਮੈ ਦੀ ਅੱਗ ਦੇ ਵਿੱਚ, ਜਿਹੜਾ ਮਨੁੱਖ ਹਉਮੈ ਦੀ ਅੱਗ ਦੇ ਵਿੱਚ ਆਪਣੇ ਆਪ ਨੂੰ ਵੱਡਾ ਕਹਾਉਂਦਾ ਹੈ, ਤੇ ਉਹ ਫਿਰ ਉਸ ਪਰਮਾਤਮਾ ਦੇ ਨਜ਼ਰਾਂ ਦੇ ਵਿੱਚੋਂ ਡਿੱਗ ਜਾਂਦਾ ਹੈ। ਉਦਾਹਰਨ ਤੌਰ ਤੇ ਜੇਕਰ ਦੇਖਣਾ ਕਰੀਏ, ਇਤਿਹਾਸ ਦੇ ਵਿੱਚ ਆਪਾਂ ਪੜ੍ਹਨਾ ਕਰਦੇ ਹਾਂ ਭਾਈ ਜੋਗਾ ਜੀ ਦੀ ਸਾਖੀ। ਭਾਈ ਜੋਗਾ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਪੇਸ਼ਾਵਰ ਦੇ ਵਿੱਚੋਂ ਜਿਹੜਾ ਅਸੀਸੀਆਂ ਦੇ ਲੋਕਾਂ ਦੇ ਵਿੱਚੋਂ ਜਿਹੜਾ ਮੁਹੱਲੇ ਦੇ ਨਾਲ ਸੰਬੰਧ ਰੱਖਦਾ ਹੈ, ਤੇ ਇਹ ਜਿਹੜਾ ਭਾਈ ਗੁਰਮੁਖ ਸਿੰਘ ਜੀ ਦਾ ਜਿਹੜਾ ਪੋਤਰੀ ਸਨ ਭਾਈ ਜੋਗਾ ਜੀ, ਜਦੋਂ ਭਾਈ ਜੋਗਾ ਜੀ ਪੇਸ਼ਾਵਰ ਦੇ ਲੋਕਾਂ ਦੇ ਨਾਲ
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਗੁਰਮੁਖ ਸੰਗਤਾਂ ਦੇ ਨਾਲ ਆਨੰਦਪੁਰ ਸਾਹਿਬ ਦੇ ਵਿੱਚ ਪਹੁੰਚੇ ਨੇ, ਪਿਸ਼ਾਵਰ ਦੇ ਲੋਕਾਂ ਦੇ ਨਾਲ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿ ਭਾਈ ਜੋਗੀ ਨੂੰ ਆਪਣੇ ਕੋਲ ਹੀ ਆਨੰਦਾਂ ਦੀ ਪੁਰੀ ਦੇ ਵਿੱਚ ਰੱਖ ਲਿਆ ਹੈ। ਆਨੰਦਾਂ ਦੀ ਪੁਰੀ ਦੇ ਵਿੱਚ ਰਹਿ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਉੱਥੇ ਹੀ ਸੇਵਾ ਜਿਹੜਾ ਕਰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅਨਣ ਸਿੱਖ ਹੋਣ ਕਰਕੇ ਭਾਈ ਜੋਗਾ ਜੀ ਉੱਥੇ ਹੀ ਜਵਾਨ ਹੋਇਆ ਹੈ। ਤੇ ਜਦੋਂ ਜਵਾਨ ਹੋਇਆ ਹੈ ਤੇ ਮਾਤਾ ਪਿਤਾ ਜੀ ਨੇ ਸੋਚਣਾ ਕੀਤਾ ਕਿ ਆਪਣੇ ਬੱਚੇ ਦਾ ਜਿਹੜਾ ਆਨੰਦ ਕਾਰਜ ਦੀ ਰਸਮ ਹੈ ਉਹ ਜਿਹੜੀ ਕੀਤੀ ਜਾਵੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕਰਕੇ ਵੰਦਨਾ ਕੀਤੀ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਭਾਈ ਜੋਗੇ ਦਾ ਜਿਹੜਾ ਆਨੰਦ ਕਾਰਜ ਹੈ ਉਸ ਵਾਸਤੇ ਅਸੀਂ ਜਿਹੜਾ ਆਪ ਜੀ ਦੇ ਚਰਨਾਂ ਦੇ ਵਿੱਚ ਆਏ ਹਾਂ ਕਿ ਜੋਗਾ ਜਿਹੜਾ ਹੁਣ ਵਿਆਹੁਣ ਯੋਗ ਹੋ ਗਿਆ ਹੈ ਤੇ ਹੁਣ ਜਿਹੜਾ ਇਸ ਦਾ ਵਿਆਹ ਜਿਹੜਾ ਆਨੰਦ ਕਾਰਜ ਹੈ ਉਹ ਜਿਹੜਾ ਕੀਤਾ ਜਾਵੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਗਿਆ ਦੇ ਦਿੱਤੀ ਹੈ ਕਿ ਤੁਸੀਂ ਜੋਗੀ ਨੂੰ ਸਾਡੇ ਕੋਲੋਂ ਜਿਹੜਾ ਲੈ ਕੇ ਜਾ ਸਕਦੇ ਹੋ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਨਾਲ ਹੀ ਇਹ ਬਚਨ ਵਿਲਾਸ ਕਰ ਦਿੱਤੇ ਨੇ ਕਿ ਜੋਗਿਆ ਜਿਸ ਵੇਲੇ ਵੀ ਸਾਨੂੰ ਕੰਮ ਪਵੇ ਉਸੇ ਵੇਲੇ ਤੈਨੂੰ ਆਪਣੇ ਸਾਰਾ ਕੰਮ ਕਾਰਜ ਛੱਡ ਕੇ ਫਿਰ ਸਾਡੇ ਚਰਨਾਂ ਦੇ ਵਿੱਚ ਆਉਣਾ ਪਵੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਬਚਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਮੰਨਣਾ ਕੀਤਾ ਹੈ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਅਨੰਦ ਸਿੱਖ ਬਣੇ ਸਨ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪ੍ਰੀਖਿਆ ਲੈਣੀ ਕੀਤੀ ਹੈ ਭਾਈ ਜੋਗੇ ਦੀ। ਜਦੋਂ ਭਾਈ ਜੋਗੇ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸੁਨੇਹਾ ਪਹੁੰਚਾਇਆ ਹੈ, ਪਾਤਸ਼ਾਹ ਜੀ ਨੇ ਹੁਕਮਨਾਮਾ ਭੇਜਿਆ ਹੈ ਕਿ ਭਾਈ ਜੋਗਿਆ ਜਲਦੀ ਤੋਂ ਜਲਦੀ ਸਾਡੇ ਕੋਲ ਪਹੁੰਚਣਾ ਕਰ। ਤੇ ਉਧਰ ਭਾਈ ਜੋਗਾ ਜੀ ਜੋ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਜਿਹੜੇ ਵਿਆਹ ਕਾਰਜਾਂ ਦੇ ਆਨੰਦ ਕਾਰਜ ਹੋਈ ਜਾ ਰਹੇ ਨੇ। ਜਦੋਂ ਪਹਿਲਾ ਆਨੰਦ ਕਾਰਜ ਹੋਇਆ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਜਿਹੜਾ ਪੜ੍ਹਨਾ ਕੀਤਾ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮੈਨੂੰ ਜਿਹੜਾ ਆਪਣੇ ਕੋਲ ਜਿਹੜਾ ਬੁਲਾਉਣਾ ਕੀਤਾ ਹੈ ਆਨੰਦਾਂ ਦੀ ਪੁਰੀ ਦੇ ਵਿੱਚ। ਤੇ ਭਾਈ ਜੋਗਾ ਜੀ ਉਸੇ ਸਮੇਂ ਹੀ ਜਿਹੜਾ ਇੱਕ ਜਦੋਂ ਆਨੰਦ ਕਾਰਜ ਹੋਇਆ ਫੇਰਾ ਹੋਇਆ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਸਦਕਾ ਆਨੰਦਾਂ ਦੀ ਪੁਰੀ ਵੱਲ ਨੂੰ ਜਿਹੜਾ ਤੁਰ ਪਿਆ ਹੈ। ਜਦੋਂ ਆਨੰਦਾਂ ਦੀ ਪੁਰੀ ਦੇ ਵੱਲ ਨੂੰ ਤੁਰਿਆ ਹੈ ਰਸਤੇ ਪੈਂਡੇ ਵਿੱਚ ਜਾਂਦਾ ਹੋਇਆ ਹਉਮੈ ਆ ਗਿਆ ਹੈ ਮਨ ਦੇ ਵਿੱਚ, ਹੰਕਾਰ ਆ ਗਿਆ, ਮਨ ਮੁਖ ਕਰਮੁਖ ਮਾਵਨੇ ਹਉਮੈ ਅੰਧ ਗੁਬਾਰ, ਗੁਰਮੁਖ ਅੰਮ੍ਰਿਤ ਪੀਵਨਾ ਨਾਨਕ ਸ਼ਬਦ ਵਿਚਾਰ। ਮਨ ਦੇ ਵਿੱਚ ਹਉਮੈ ਆ ਗਈ, ਹੰਕਾਰ ਆ ਗਿਆ ਕਿ ਮੇਰੇ ਤੋਂ ਵੱਧ ਕੋਈ ਵੀ ਜਿਹੜਾ ਗੁਰੂ ਦਾ ਸੱਚਾ ਸਿੱਖ ਨਹੀਂ ਹੈ। ਤੇ ਹੁਸ਼ਿਆਰਪੁਰ ਦੇ ਨਗਰ ਦੇ ਲਾਗੇ ਜਦੋਂ ਪਹੁੰਚਿਆ ਹੈ ਕਿ ਉੱਥੇ ਇੱਕ ਵੇਸਵਾ ਦਾ ਜਿਹੜਾ ਟਿਕਾਣਾ ਹੈ। ਸੋਚਣਾ ਕੀਤਾ ਹੈ ਕਿ ਕੋਈ ਗੱਲ ਨਹੀਂ ਕਿ ਮੈਂ ਜਿਹੜਾ ਇਸ ਟਿਕਾਣੇ ਦੇ ਉੱਪਰ ਥੋੜ੍ਹੀ ਦੇਰ ਆਪਣਾ ਜਿਹੜਾ ਸਮਾਂ ਹੈ ਉਸ ਨੂੰ ਜਿਹੜਾ ਬਤੀਤ ਕਰ ਲਵਾਂ। ਬੁੱਧੀ ਜਿਹੜੀ ਉਹ ਮਾਰੀ ਗਈ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਪਰਦਾ ਪਾ ਦਿੱਤਾ ਹੈ। ਜਿਸ ਤਰ੍ਹਾਂ ਆਪਾਂ ਉਦਾਹਰਨ ਤੌਰ ਤੇ ਕਹਿ ਲਈਏ ਕਿ ਕਿਸੇ ਮਨੁੱਖ ਦੇ ਦਿਮਾਗ ਦੇ ਉੱਪਰ ਕੋਈ ਵਸਤੂ ਢੱਕਣ ਵਾਸਤੇ ਆਪਾਂ ਜਿਹੜਾ ਪਰਦਾ ਪਾ ਦਿੰਦੇ ਹਾਂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਪ੍ਰੀਖਿਆ ਲੈਣੀ ਕੀਤੀ ਹੈ ਭਾਈ ਜੋਗੇ ਦੀ। ਤੇ ਉਸ ਦੀ ਜਿਹੜੀ ਬੁੱਧੀ ਹੈ ਉਹ ਜਿਹੜੀ ਹੁਸ਼ਿਆਰਪੁਰ ਦੇ ਨੇੜੇ ਆ ਕਰਕੇ ਜਿਹੜੀ ਵਿਕਾਰੀ ਹੋ ਗਈ ਹੈ। ਜਦੋਂ ਵੇਸਵਾ ਨੂੰ ਦੇਖਣਾ ਕੀਤਾ ਹੈ ਤੇ ਉਸ ਦੇ ਰੂਪ ਦੇ ਉੱਪਰ ਮੋਹਿਤ ਹੋ ਗਿਆ ਹੈ ਭਾਈ ਜੋਗਾ ਜੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਦੋਂ ਭਾਈ ਜੋਗਾ ਜੀ ਉਸ ਵੇਸਵਾ ਦੇ ਟਿਕਾਣੇ ਦੇ ਵੱਲ ਜਾਣਾ ਕਰਦੇ ਨੇ, ਪੈਰ ਪੱਟਣਾ ਕਰਦੇ ਨੇ, ਥੋੜੇ ਕਦਮ ਜਾਂਦੇ ਨੇ ਤੇ ਇੱਕ ਜਿਹੜਾ ਚੌਬਦਾਰ ਰੂਪ ਦੇ ਵਿੱਚ ਉਸ ਅਸਥਾਨ ਦੇ ਉੱਪਰ ਖੜਿਆ ਹੋਇਆ ਹੈ। 2-3 ਵਾਰ ਜਾਣ ਤੇ ਭਾਈ ਜੋਗੀ ਨੂੰ ਉਹ ਜਿਹੜਾ ਚੌਬਦਾਰ ਹੈ ਵਾਪਸ ਜਿਹੜਾ ਉਹ ਮੋੜ ਦਿੰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਇਸੇ ਤਰ੍ਹਾਂ ਹੀ ਜਿਹੜਾ ਦਿਨ ਉਹ ਬਤੀਤ ਹੋ ਗਿਆ ਹੈ। ਦੂਸਰਾ ਦਿਨ ਹੋਇਆ ਹੈ
ਭਾਈ ਜੋਗਾ ਜੀ ਫਿਰ ਆਨੰਦਾਂ ਦੀ ਪੁਰੀ ਵੱਲ ਨੂੰ ਜਿਹੜਾ ਚਾਲੇ ਪਾ ਦਿੱਤੇ ਨੇ। ਜਦੋਂ ਆਨੰਦਾਂ ਦੀ ਪੁਰੀ ਵੱਲ ਚਾਲੇ ਪਾਉਣੇ ਕੀਤੇ ਨੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਸਦਕਾ ਆਨੰਦਪੁਰ ਸਾਹਿਬ ਵਿਖੇ ਪਹੁੰਚਿਆ ਹੈ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕੋਲ ਜਾ ਕਰਕੇ ਅਦਬ ਸਹਿਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕਰਨਾ ਕੀਤੀ ਹੈ। ਜਦੋਂ ਨਮਸਕਾਰ ਕਰਨਾ ਕੀਤੀ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਇਹ ਪੁੱਛਣਾ ਕੀਤਾ ਹੈ ਕਿ ਭਾਈ ਜੋਗਿਆ ਤੂੰ ਰਾਤ ਕਿੱਥੇ ਸੀ? ਤੇ ਪਾਤਸ਼ਾਹ ਦੇ ਸਭ ਕੁਝ ਜਾਣਦੇ ਸਨ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੋਂ ਭੁੱਲਾ ਬਖਸ਼ਾਉਂਦਾ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਦਿਓ, ਮੈਂ ਜਿਹੜਾ ਇਸ ਤਰ੍ਹਾਂ ਸਾਰੀ ਬੰਦਨਾ ਜਿਹੜੀ ਉਹ ਦੱਸਣਾ ਕੀਤੀ ਹੈ, ਸਾਰੀ ਅਵਸਥਾ ਦੱਸਣਾ ਕੀਤੀ ਹੈ ਕਿ ਕਿਸ ਤਰ੍ਹਾਂ ਜਿਹੜਾ ਮੈਂ ਆਪਣੇ ਆਪ ਜੀ ਨੇ ਹੁਕਮਨਾਮਾ ਭੇਜਣਾ ਕੀਤੇ ਸਨ ਤੇ ਆਪ ਜੀ ਦੇ ਹੁਕਮ ਦੇ ਅਨੁਸਾਰ ਹੀ ਮੈਂ ਉਸੇ ਸਮੇਂ ਹੀ ਜਿਹੜਾ ਆਪਣੇ ਫੇਰੇ ਜਿਹੜੇ ਛੱਡ ਕੇ ਪਹਿਲਾ ਆਨੰਦ ਕਾਰਜ ਹੋਇਆ, ਪਹਿਲਾ ਜਿਹੜਾ ਫੇਰਾ ਹੋਇਆ ਹੈ, ਉਸੇ ਸਮੇਂ ਉਸ ਨੂੰ ਛੱਡ ਕੇ ਮੈਂ ਜਦੋਂ ਹੁਸ਼ਿਆਰਪੁਰ ਦੇ ਨੇੜੇ ਪਹੁੰਚਿਆ ਹਾਂ ਤਾਂ ਉਸੇ ਸਮੇਂ ਜਿਹੜਾ ਮੈਨੂੰ ਉੱਥੇ ਇੱਕ ਵੇਸਵਾ ਦਾ ਟਿਕਾਣਾ ਜਿਹੜਾ ਦਿਖਾਈ ਦਿੱਤਾ ਹੈ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੰਨੀ ਕਿਰਪਾ ਹੋਈ ਹੈ ਆਪ ਜੀ ਦੀ ਕਿ ਇੱਕ ਜਿਹੜਾ ਚੌਬਦਾਰ ਹੈ ਉਸਨੇ ਮੈਨੂੰ ਉਸ ਵੇਸਵਾ ਦੇ ਘਰ ਦੇ ਵਿੱਚ ਜਾਣ ਤੋਂ ਜਿਹੜਾ ਰੋਕਦਾ ਰਿਹਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਖਣਾ ਕੀਤਾ ਕਿ ਭਲਿਆ, ਜੇਕਰ ਉਸ ਪਰਮਾਤਮਾ ਨੇ ਤੈਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਹੈ, ਇਹ ਦੁਨਿਆਵੀ ਪਦਾਰਥਾਂ ਦੇ ਵਿੱਚੋਂ ਜਿਹੜਾ ਖਚਤ ਹੋਣ ਵਾਸਤੇ ਭੇਜਿਆ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਨੇ ਦੱਸਣਾ ਕੀਤਾ ਹੈ ਕਿ ਇਸ ਨਰਕ ਘੋਰ ਦੇ ਵਿੱਚੋਂ ਮੈਂ ਹੀ ਤੈਨੂੰ ਪਾਤਸ਼ਾਹ ਜੀ ਆਖਣਾ ਕਹਿੰਦੇ ਨੇ ਬਚਾਉਣਾ ਕੀਤਾ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣਾ ਸਿਰ ਜਿਹੜਾ ਡੇਗ ਦਿੱਤਾ ਹੈ, ਨਤਮਸਤਕ ਹੋਇਆ ਕਿ ਪਾਤਸ਼ਾਹ ਮਹਾਰਾਜ ਜੀ ਆਪ ਜੀ ਨੇ ਕਿਰਪਾ ਕੀਤੀ ਹੈ, ਮੈਨੂੰ ਇਸ ਕੁੰਭੀ ਘੋਰ ਦੇ ਵਿੱਚੋਂ ਜਿਹੜਾ ਤੁਸੀਂ ਬਾਹਰ ਕੱਢਣਾ ਕੀਤਾ ਹੈ। ਜੇਕਰ ਅੱਜ ਮੈਂ ਉਸ ਵੇਸਵਾ ਦੇ ਟਿਕਾਣੇ ਦੇ ਵਿੱਚ ਚਲਿਆ ਜਾਂਦਾ ਤਾਂ ਮੈਂ ਜਿਹੜਾ ਹਮੇਸ਼ਾ ਤੁਹਾਡੇ ਤੋਂ ਦੂਰ ਹੋ ਜਾਣਾ ਸੀ। ਹਉਮੈ ਦੇ ਵਿੱਚ ਆਇਆ ਸੀ, ਹਉਮੈ ਹੰਕਾਰ ਦੇ ਵਿੱਚ ਆਇਆ ਸੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਬੰਦਨਾ ਕੀਤੀ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਭਾਈ ਜਿਹੜਾ ਜੋਗਾ ਹੈ ਅੱਜ ਤੋਂ ਤੁਹਾਡੇ ਹੀ ਜੋਗਾ ਹੈ, ਕਿਰਪਾ ਕਰਨੀ ਪਾਤਸ਼ਾਹ ਮਹਾਰਾਜ ਜੀ, ਇਹ ਜੀਵਨ ਇਸੇ ਤਰ੍ਹਾਂ ਹੀ ਆਪ ਜੀ ਨੇ ਬਖਸ਼ਦੇ ਰਹਿਣਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦੇ ਉੱਪਰ ਆਪ ਜੀ ਕਿਰਪਾ ਕਰਦੇ ਨੇ ਤੇ ਫਿਰ ਆਪਣੇ ਸੇਵਕਾਂ ਦੀ ਇੱਜ਼ਤ ਪੱਤ ਵੀ ਆਪ ਹੀ ਰੱਖਣਾ ਕਰਦੇ ਨੇ। ਜਿਸ ਤਰ੍ਹਾਂ ਭਾਈ ਜੋਗੇ ਦੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪੱਤ ਜਿਹੜੀ ਉਹ ਰੱਖਣਾ ਕੀਤੀ ਹੈ। ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਮਹਿਲਾ ਤੀਜਾ ਅਗਲੀਆਂ ਪੰਕਤੀਆਂ ਦੇ ਵਿੱਚ ਸਮਝਾਉਣਾ ਕਰਦੇ ਨੇ, ਸਹਿਜੇ ਜਾਗੈ ਸਹਿਜੇ ਸੋਵੈ, ਗੁਰਮੁਖ ਅਨ ਦਿਨ ਉਸਤਤ ਹੋਵੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ, ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚੇ ਸਿੱਖ ਹੁੰਦੇ ਨੇ ਉਹ ਸਹਿਜ ਦੇ ਨਾਲ ਹੀ ਸੋਣਾ ਕਰਦੇ ਨੇ, ਆਤਮਿਕ ਅਡੋਲਤਾ ਦੇ ਵਿੱਚ ਰਹਿ ਕਰਕੇ ਜਾਗਣਾ ਕਰਦੇ ਨੇ ਤੇ ਆਤਮਿਕ ਅਡੋਲਤਾ ਦੇ ਵਿੱਚ ਰਹਿੰਦੇ ਹੋਏ ਜਿਹੜੇ ਉਹ ਸੌਂਦੇ ਨੇ। ਜਾਗਦਿਆਂ ਉੱਠਦਿਆਂ ਬਹਿੰਦਿਆਂ ਉਸ ਪਰਮਾਤਮਾ ਨੂੰ ਜਿਹੜਾ ਉਹ ਚੇਤੇ ਦੇ ਵਿੱਚ ਰੱਖਦੇ ਨੇ ਕਿ ਉਹ ਪਰਮਾਤਮਾ ਹਮੇਸ਼ਾ ਸਾਡੇ ਅੰਗ ਸੰਗ ਹੈ, ਉਹ ਪਰਮਾਤਮਾ ਦੇ ਪ੍ਰਭੀ ਰੂਪੀ ਦੇ ਵਿੱਚ ਹਮੇਸ਼ਾ ਜਿਹੜੇ ਉਹ ਲੀਨ ਰਹਿੰਦੇ ਨੇ, ਉਸ ਸ਼ਬਦ ਦੇ ਨਾਲ ਪ੍ਰੀਤ ਪਾ ਲੈਂਦੇ ਨੇ ਤੇ ਸੁੱਤਿਆਂ ਪਿਆਂ ਵੀ ਉਸ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਹੀ ਉਸ ਪਰਮਾਤਮਾ ਦਾ ਸ਼ੁਕਰ ਜ਼ਿਆਦਾ ਕਰਦੇ ਨੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪ ਜੀ ਨੇ ਕਿਰਪਾ ਕੀਤੀ ਹੈ, ਅੱਜ ਦਾ ਦਿਨ ਬਖਸ਼ਿਆ ਹੈ, ਅਗਲਾ ਦਿਨ ਆਪ ਜੀ ਨੇ ਕਿਰਪਾ ਕਰਨੀ ਅੰਗ ਸੰਗ ਹੋ ਕੇ ਬਤੀਤ ਕਰਾਉਣਾ। ਪਾਤਸ਼ਾਹ ਜੀਓ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਣੀਆਂ, ਗੁਰਮੁਖ ਅਨ ਦਿਨ ਉਸਤਤ ਹੋਵੇ ਕਿ ਉਹ ਮਨੁੱਖ ਹਮੇਸ਼ਾ ਉਸ ਪਰਮਾਤਮਾ ਨੂੰ ਹਰ ਰੋਜ਼ ਹਰ ਵੇਲੇ ਉਸ ਪਰਮਾਤਮਾ ਹਰੀ ਨੂੰ ਜਿਹੜਾ ਉਹ ਯਾਦ ਕਰਦਾ ਹੈ, ਉਸ ਪਰਮਾਤਮਾ ਦੀ ਹਮੇਸ਼ਾ ਹਰ ਰੋਜ਼ ਜਿਹੜੀ ਉਸਤਤ ਕਰਦਾ ਹੈ। ਮਨ ਮੁਖ ਭਰਮੈ ਸਹਿਸਾ ਹੋਵੇ,
ਮਨੁੱਖ ਭਟਕਦਾ ਫਿਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਪਹੁੰਚ ਜਾਂਦਾ ਹੈ। ਜਦੋਂ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਉਹ ਪਰਮਾਤਮਾ ਦਾ ਤੋਖਲ ਜਿਹੜਾ ਆਖਣਾ ਕਰ ਦਈਏ, ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਕੇ ਉਸ ਪਰਮਾਤਮਾ ਦੇ ਨਾਲ ਪ੍ਰੀਤ ਪਾ ਲੈਂਦਾ ਹੈ, ਤੇ ਉਹ ਪਰਮਾਤਮਾ ਦੀ ਕਿਰਪਾ ਦੀ ਨਿਆਈ ਸ਼ਬਦ ਦੇ ਨਾਲ ਵੀ ਪ੍ਰੀਤ ਪਾ ਲੈਂਦਾ ਹੈ। ਹੌਲੀ ਹੌਲੀ ਮਨਮੁਖ ਭਰਮੈ ਸਹਿਸਾ ਹੋਵੇ, ਤੇ ਉਸ ਨੂੰ ਫਿਰ ਕੋਈ ਸਹਿਸਾ ਵੀ ਨਹੀਂ ਰਹਿੰਦਾ। ਅੰਤਰ ਚਿੰਤਾ ਨੀਂਦ ਨਾ ਸੋਵੇ, ਮਨ ਦੇ ਵਿੱਚ ਕੋਈ ਚਿੰਤਾ ਵੀ ਨਹੀਂ ਰਹਿੰਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਉਂਕਿ ਕਿਰਪਾ ਹੋ ਗਈ ਹੈ, ਅੰਤਰ ਚਿੰਤਾ ਨੀਂਦ ਨਾ ਸੋਵੇ। ਮਨ ਦੀਆਂ ਜਿਹੜੀਆਂ ਚਿੰਤਾ ਨਾ ਉਹ ਵੀ ਪਰਮਾਤਮਾ ਨੇ ਦੂਰ ਕਰ ਦਿੱਤੀਆਂ ਨੇ, ਤੇ ਹੁਣ ਜਿਹੜੀ ਨੀਂਦ ਦੀ ਅਵਸਥਾ ਦੇ ਵਿੱਚ ਆ ਕਰਕੇ ਉਸ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਜਿਹੜੀ ਉਹ ਨੀਂਦ ਆਉਂਦੀ ਹੈ, ਤੇ ਚਿੰਤਾ ਵੀ ਜਿਹੜੀਆਂ ਮਨ ਦੀਆਂ ਨੇ ਉਹ ਦੂਰ ਹੋ ਗਈਆਂ ਨੇ ਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਸਦਕਾ। ਤੇ ਨਿੰਦਰ ਵੀ ਜਿਹੜੀ ਹੁਣ ਸੁੱਖਾਂ ਵਾਲੀ ਆਉਂਦੀ ਹੈ। ਗਿਆਨੀ ਜਾਗੇ ਸਵੇ ਸੁਭਾਈ, ਪ੍ਰਭੂ ਦੀ ਕਿਰਪਾ ਦੇ ਨਾਲ ਜਿਹੜੀ ਡੂੰਘੀ ਸਾਂਝ ਰੱਖਣ ਵਾਲੇ ਮਨੁੱਖ ਨੇ, ਪ੍ਰਭੂ ਪਿਆਰ ਵਾਲੇ ਨੇ ਮਨੁੱਖ, ਉਹ ਸਦਾ ਜਾਗਦੇ ਸੌਂਦੇ ਉਸ ਪਰਮਾਤਮਾ ਨੂੰ ਜਾਗਦੇ ਸੁੱਤਿਆਂ ਹੋਇਆ ਵੀ ਇੱਕ ਰਸ ਉਸ ਪਰਮਾਤਮਾ ਦੇ ਨਾਲ ਜਿਹੜੀ ਉਹ ਪ੍ਰੀਤ ਪਾ ਲੈਂਦੇ ਨੇ। ਉੱਠਦਿਆਂ ਬਹਿੰਦਿਆਂ ਹਰ ਨਾਮ ਤੇ ਆਈਏ, ਕਿ ਉਸ ਪਰਮਾਤਮਾ ਦੀ ਕਿਰਪਾ ਦੀ ਨਿਆਈ ਹੀ ਉਹ ਮਨੁੱਖ ਹਮੇਸ਼ਾ ਉਸ ਪਰਮਾਤਮਾ ਨੂੰ ਆਪਣੇ ਇਰਦ ਗਿਰਦ ਸਮਝਣਾ ਕਰਦੇ ਨੇ, ਕਿ ਉਹ ਫਿਰ ਹਮੇਸ਼ਾ ਉਸ ਪਰਮਾਤਮਾ ਦੇ ਨਾਲ ਪ੍ਰੀਤ ਪਾ ਲੈਂਦੇ ਨੇ। ਗਿਆਨੀ ਜਾਗੇ ਸਵੇ ਸੁਭਾਏ, ਨਾਨਕ ਨਾਮ ਰਤਿਆ ਬਲ ਜਾਓ। ਹੇ ਨਾਨਕ ਆਖਣਾ ਕਰਦਾ, ਸੰਬੋਧਨ ਕਰਕੇ ਆਖਣਾ ਕਰਦਾ ਕਿ ਮੈਂ ਉਸ ਪਰਮਾਤਮਾ ਦੇ ਰੰਗੇ ਹੋਏ ਰੂਪ ਦੇ ਵਿੱਚ, ਉਸ ਪਰਮਾਤਮਾ ਦੇ ਨਾਮ ਦੇ ਰੰਗੇ ਹੋਏ ਰੂਪ ਦੇ ਵਿੱਚ ਹਮੇਸ਼ਾ ਉਸ ਪਰਮਾਤਮਾ ਤੋਂ ਜਿਹੜਾ ਉਹ ਸਦਕੇ ਬਲਿਹਾਰੇ ਜਾਂਦਾ ਹਾਂ, ਕਿਉਂਕਿ ਉਸ ਪਰਮਾਤਮਾ ਨੇ ਕਿਰਪਾ ਕੀਤੀ ਹੈ। ਅੱਜ ਮੈਨੂੰ ਜਿਹੜਾ ਇਹ ਜੀਵਨ ਬਖਸ਼ਿਆ ਹੈ, ਉਸ ਪਰਮਾਤਮਾ ਦੀ ਕਿਰਪਾ ਦੇ ਸਦਕਾ ਮੈਨੂੰ ਪ੍ਰਾਪਤ ਹੋਇਆ ਹੈ। ਕਿਉਂਕਿ ਪਰਮਾਤਮਾ ਨੇ ਕਿਰਪਾ ਕੀਤੀ ਹੈ ਸਾਡੇ ਸਾਰਿਆਂ ਦੇ ਉੱਪਰ, ਜਿਹੜਾ ਸਾਨੂੰ ਸਤ ਸੰਗਤ ਦੀਆਂ ਘੜੀਆਂ ਜਿਹੜੀਆਂ ਉਹ ਪ੍ਰਾਪਤ ਹੋਈਆਂ ਨੇ। ਨਾਨਕ ਨਾਮ ਰਤਿਆ ਬਲ ਜਾਓ, ਇਸ ਨੂੰ ਫਿਰ ਅਸੀਂ ਇਹੀ ਆਖਣਾ ਕਹਿ ਸਕਦੇ ਹਾਂ, ਕਰਨਾ ਕਹਿ ਸਕਦੇ ਹਾਂ ਕਿ ਉਹ ਪਰਮਾਤਮਾ ਦੀ ਕਿਰਪਾ ਦੇ ਨਿਆਈ ਹੀ ਸਾਨੂੰ ਜਿਹੜਾ ਨਾਮ ਹੈ ਉਸ ਪਰਮਾਤਮਾ ਦਾ ਰਤਿਆ ਹੋਇਆ ਉਹ ਮਿਲਿਆ ਹੈ। ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ, ਕਿ ਉਹ ਪਰਮਾਤਮਾ ਦੇ ਨਾਮ ਦੇ ਰੰਗ ਦੇ ਨਾਲ ਰਤਿਆ ਹੋਇਆ ਹੀ ਮਨੁੱਖ, ਉਸ ਪਰਮਾਤਮਾ ਦੇ ਨਾਮ ਦੇ ਨਾਲ ਹੀ ਪ੍ਰੀਤ ਪਾਉਣ ਵਾਲਾ ਮਨੁੱਖ ਹਮੇਸ਼ਾ ਉਸ ਪਰਮਾਤਮਾ ਦੀ ਨਿਆਈ, ਉਸ ਪਰਮਾਤਮਾ ਦੇ ਨਾਮ ਦੇ ਨਾਲ, ਹਰੀ ਦੇ ਨਾਮ ਦੇ ਨਾਲ ਜੁੜਿਆ ਰਹਿੰਦਾ ਹੈ। ਜਿਸ ਤਰ੍ਹਾਂ ਭਾਈ ਜੋਗੇ ਨੂੰ ਉਸ ਪਰਮਾਤਮਾ ਨੇ ਉਸ ਨਰਕ ਦੇ ਵਿੱਚੋਂ ਡਿੱਗਣ ਤੋਂ ਬਚਾ ਲਿਆ ਹੈ, ਉਹ ਪਰਮਾਤਮਾ ਹਮੇਸ਼ਾ ਅੰਗ ਸੰਗ ਹੈ। ਨਾਨਕ ਨਾਮ ਰਤਿਆ ਬਲ ਜਾਓ, ਕਿਉਂਕਿ ਗੁਰੂ ਦੀ ਸੰਗਤ ਦੇ ਵਿੱਚ ਰਹਿ ਕਰਕੇ ਉਸਨੇ ਆਪਣਾ ਜੀਵਨ ਉਹ ਬਤੀਤ ਕੀਤਾ ਸੀ। ਛੋਟੀ ਉਮਰ ਦੇ ਵਿੱਚ ਹੀ ਆਪਣੇ ਸਾਥੀਆਂ ਦੇ ਨਾਲ, ਪਿਸ਼ਾਵਰ ਦੇ ਸਾਥੀਆਂ ਦੇ ਨਾਲ, ਸੰਗਤ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਆਇਆ ਸੀ। ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਨਾਮ ਦੇ ਨਾਲ ਜਿਹੜੇ ਪ੍ਰੀਤ ਪਾ ਲੈਂਦੇ ਨੇ, ਉਹ ਪਰਮਾਤਮਾ ਫਿਰ ਆਪਣੇ ਸੇਵਕਾਂ ਦੀ ਇੱਜ਼ਤ ਪਤ ਆਪ ਹੀ ਰੱਖਦੇ ਨੇ। ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਪੌੜੀ ਦੇ ਅੰਦਰ ਸਮਝਾਉਣਾ ਕਰਦੇ ਨੇ, ਸੇ ਹਰ ਨਾਮ ਧਿਆਵੈ ਜੋ ਹਰ ਰਤਿਆ। ਜਿਹੜੇ ਉਸ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ ਤੇ ਉਹ ਹਮੇਸ਼ਾ ਰਤੇ ਰਹਿੰਦੇ ਨੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅਗਲੇ ਪਦਿਆਂ ਦੇ ਵਿੱਚ ਸਮਝਾਉਣਾ ਕਰਦੇ ਨੇ, ਹਰ ਇੱਕ ਧਿਆਵੈ ਇੱਕ ਇੱਕੋ ਹਰ ਸਤਿਆ, ਕਿ ਉਸ ਪਰਮਾਤਮਾ ਨੂੰ ਇੱਕ ਜਾਣ ਕੇ ਉਸ ਪਰਮਾਤਮਾ ਦੇ ਨਾਮ ਦੇ ਨਾਲ ਜਿਹੜਾ ਪ੍ਰੀਤ ਪਾਉਣ ਤੋਂ ਪਹਿਲਾਂ, ਉਸ ਪਰਮਾਤਮਾ ਦੇ ਨਾਮ ਦੇ ਰੂਪੀ ਦੇ ਨਾਲ ਜੁੜਨ ਤੋਂ ਪਹਿਲਾਂ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਇਹ ਬੰਦਨਾ ਜੋਦਰੀ ਕਰਨੀ ਚਾਹੀਦੀ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੀ ਕਿਰਪਾ ਦੇ ਸਦਕਾ ਮਨੁੱਖਾ ਜੀਵਨ ਪ੍ਰਾਪਤ ਹੋਇਆ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਖ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ।
ਕਿ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨੀ ਅਸੀਂ ਤੁਹਾਡੇ ਨਾਮ ਦੇ ਨਾਲ ਹੀ ਰਤੇ ਰਹੀਏ, ਕਦੀ ਵੀ ਕਿਸੇ ਹੋਰ ਦੇ ਵੱਲ ਨਾ ਜਾਈਏ। ਹਰ ਏਕੋ ਵਰਤ ਇੱਕ ਏਕੋ ਉਤਪਤਿਆ, ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨੀ ਆਪ ਜੀ ਨੇ ਜੋ ਸਵਾਸ ਬਖਸ਼ੇ ਨੇ ਉਹਨਾਂ ਨੂੰ ਵਰਤਦਿਆਂ ਹੋਇਆਂ ਹੀ ਆਪ ਦੇ ਨਾਮ ਦੇ ਨਾਲ ਹੀ ਇੱਕੋ ਦੇ ਨਾਲ ਹੀ ਉਤਪਤਿਆ ਰਹੀਏ, ਤਾਂ ਕਿ ਜਿਹੜਾ ਸਾਡਾ ਵੀ ਇਸ ਸੰਸਾਰ ਦੇ ਵਿੱਚ ਆਇਆ ਜਿਹੜਾ ਸਫਲਾ ਹੋ ਸਕੇ। ਜੋ ਹਰ ਨਾਮ ਤੇ ਆਵੈ ਤਿਨ ਡਰ ਸਟ ਘਤਿਆ, ਗੁਰਮਤੀ ਦੇਵੇ ਆਪ ਗੁਰਮੁਖ ਹਰ ਜਪਿਆ। ਗੁਰਮਤੀ ਦੇਵੇ ਆਪ, ਕਿ ਉਹ ਪ੍ਰਮਾਤਮਾ ਆਪਣੇ ਸੇਵਕਾਂ ਨੂੰ ਆਪ ਹੀ ਸੋਝੀ ਬਖਸ਼ਦਾ ਹੈ ਕਿ ਉਸ ਪਰਮਾਤਮਾ ਦੇ ਨਾਮ ਦੇ ਨਾਲ ਪ੍ਰੀਤ ਪਾਉਣੀ ਹੈ। ਕਿਸ ਤਰ੍ਹਾਂ ਪਾਉਣੀ ਹੈ ਪ੍ਰੀਤ? ਆਪਣੇ ਜੀਵਨ ਨੂੰ ਕਿਸ ਤਰ੍ਹਾਂ ਉਸ ਪਰਮਾਤਮਾ ਦੇ ਲੇਖੇ ਦੇ ਅੰਦਰ ਲਾਉਣਾ ਹੈ। ਉਸ ਪਰਮਾਤਮਾ ਦੀ ਬਾਣੀ ਦੇ ਨਾਲ ਪ੍ਰੀਤ ਕਿਸ ਤਰ੍ਹਾਂ ਪਾਉਣੀ ਹੈ। ਜੇਕਰ ਤੂੰ ਪ੍ਰੀਤ ਪਾਉਣੀ ਹੈ ਤੇ ਉਸ ਤਰ੍ਹਾਂ ਪਾ ਜਿਸ ਤਰ੍ਹਾਂ ਚਮਕੌਰ ਦੀ ਗੜੀ ਦੇ ਵਿੱਚ ਉਹ 40 ਸਿੰਘਾਂ ਨੇ ਪ੍ਰੀਤ ਪਾਉਣੀ ਕੀਤੀ ਸੀ। ਮੀਰ ਮਨੂ ਦੀ ਜੇਲ੍ਹ ਦੇ ਵਿੱਚ ਬੀਬੀਆਂ ਨੇ ਜਿਹੜੀ ਉਹ ਪ੍ਰੀਤ ਪਾਉਣੀ ਕੀਤੀ ਸੀ। ਭਾਈ ਮਣੀ ਸਿੰਘ ਨੇ ਪ੍ਰੀਤ ਪਾਉਣੀ ਕੀਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪ੍ਰੀਤ ਪਾਉਣੀ ਕੀਤੀ ਸੀ। ਉਸ ਤਰ੍ਹਾਂ ਉਸ ਪਰਮਾਤਮਾ ਦੇ ਨਾਮ ਦੇ ਨਾਲ ਜਿਹੜੀ ਉਹ ਪ੍ਰੀਤ ਪਾਉਣੀ ਕਰ, ਤਾਂ ਹੀ ਜਿਹੜਾ ਤੇਰਾ ਇਸ ਸੰਸਾਰ ਦੇ ਵਿੱਚ ਆਇਆ ਜਿਹੜਾ ਉਹ ਸਫਲਾ ਹੋ ਸਕਦਾ ਹੈ। ਗੁਰਮਤੀ ਦੇਵੇ ਆਪ, ਜਿਨ੍ਹਾਂ ਨੂੰ ਉਹ ਪਰਮਾਤਮਾ ਆਪ ਗੁਰਮਤੀ ਦੇ ਦਿੰਦਾ ਹੈ, ਜਿਨ੍ਹਾਂ ਦੇ ਉੱਪਰ ਕਿਰਪਾ ਕਰ ਦਿੰਦਾ ਹੈ ਪਰਮਾਤਮਾ, ਤੇ ਉਹ ਫਿਰ ਹਮੇਸ਼ਾ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਰਤੇ ਰਹਿੰਦੇ ਨੇ। ਗੁਰਮੁਖ ਹਰ ਜਪਿਆ, ਤੇ ਉਹ ਗੁਰਮੁਖਾਂ ਨੇ ਉਸ ਪ੍ਰਭੂ ਨੂੰ ਹਮੇਸ਼ਾ ਅੰਗ ਸੰਗ ਸਮਝਣਾ ਕੀਤਾ ਹੈ ਕਿ ਉਹ ਪਰਮਾਤਮਾ ਨੇ ਮੱਤ ਦੇ ਦਿੱਤੀ ਹੈ ਕਿ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਕਿਰਪਾ ਕੀਤੀ ਹੈ, ਜੋ ਉਸ ਪਰਮਾਤਮਾ ਦੇ ਨਾਮ ਦੇ ਨਾਲ ਉਸ ਗੁਰਮੁਖ ਦੀ ਕਿਰਪਾ ਦੇ ਨਾਲ ਹੀ ਸਾਨੂੰ ਜਿਹੜਾ ਹਰੀ ਦਾ ਨਾਮ ਜਿਹੜਾ ਉਹ ਜਪਣ ਵਾਸਤੇ ਪ੍ਰਾਪਤ ਹੋਇਆ। ਇਹ ਮਨੁੱਖਾ ਜੀਵਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਇਸੇ ਤਰ੍ਹਾਂ ਹੀ ਆਪਣੇ ਸੇਵਕਾਂ ਦੇ ਉੱਪਰ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਗੁਰਮੁਖਾਂ ਨੂੰ ਇਸੇ ਤਰ੍ਹਾਂ ਹੀ ਗੁਰਮਤੀ ਦਿੰਦੇ ਰਹਿਣ, ਤਾਂ ਕਿ ਜਿਹੜਾ ਮਨੁੱਖ ਦਾ ਆਇਆ ਹੋਇਆ ਇਸ ਸੰਸਾਰ ਦੇ ਉੱਪਰ ਸਫਲਾ ਹੋ ਸਕੇ। ਆਓ ਵਿਚਾਰਾਂ ਦੇ ਨਾਲ ਸਾਂਝ ਪਾਉਣੇ ਕਰਦੇ ਹਾਂ। ਗੁਰੂ ਪਾਤਸ਼ਾਹ ਮਹਾਰਾਜ ਜੀ ਅਖੀਰਲੇ ਪਦਿਆਂ ਦੇ ਵਿੱਚ ਜੋ ਸਮਝਾਉਣਾ ਕਰਦੇ ਨੇ, ਆਪੋ ਆਪਣੀ ਰਸਨਾ ਕਰੀਏ ਜੀ ਪਵਿੱਤਰ। ਨਾਲ ਨਾਲ ਸਰਵਨ ਕਰਨ ਦੀ ਆਗਿਆ ਬਖਸ਼ਣੀ, ਬੋਲਣ ਦੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ। ਅੱਗੇ ਵਾਸਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਆਪਣੇ ਸੇਵਕਾਂ ਪਾਸੋਂ ਇਸੇ ਤਰ੍ਹਾਂ ਹੀ ਆਪਣੀ ਦਿਲੋਂ ਘਰੋਂ ਅਸੀਸਾਂ ਦੇ ਕਰਕੇ ਗੁਰਮੁਖ ਕਥਾ ਵਿਚਾਰਾਂ ਦੇ ਨਾਲ ਸਾਂਝ ਪਾਉਣ ਦੀ ਬਲ ਉਦਮ ਚਾਉ ਬਖਸ਼ਦੇ ਰਹਿਣ। ਅੰਗ ਸੰਗ ਕੀ ਸਹਾਇਤਾ ਕਰਨ। ਜੋ ਹਰ ਨਾਮ ਤੇ ਆਵੈ ਤਿਨ ਡਰ ਸਟ ਘਤਿਆ, ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ। ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ। ਵਾਹਿਗੁਰੂ ਜੀ ਕਾ ਖਾਲਸਾ